Hello, my dear students. Good evening. Sat Shri Akal Adab. Whatever you feel connected. ਮੈਂ ਲਖਵੀਰ ਸਿੰਘ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਕਰਦਾ ਦਾ ਲਰਨਿੰਗ ਫੈਕਟਰੀ ਤੇ। ਸੋ ਸਟੂਡੈਂਟਸ ਆਪਾਂ ਇਹਨਾਂ ਕਲਾਸਿਸ ਦੇ ਵਿੱਚ +2 ਕਲਾਸ CBSE ਬੋਰਡ ਦੀ ਪੂਰੇ ਦੇ ਪੂਰੇ ਸਿਲੇਬਸ ਦੀ ਆਪਾਂ ਪਲੇਲਿਸਟ ਰੈਡੀ ਕਰ ਰਹੇ ਹਾਂ ਤਾਂ ਜੋ ਜਿਹੜੇ ਬੱਚੇ +2 ਕਲਾਸ ਦੇ ਪੇਪਰਾਂ ਦੇ ਵਿੱਚ ਅਪੀਅਰ ਹੋ ਰਹੇ ਨੇ ਉਹ ਈਜ਼ੀਲੀ ਦੇ ਵਿਲ ਗੈਟ 70 ਆਊਟ ਆਫ 70 ਇਨ ਫਾਈਨਲ ਐਗਜ਼ਾਮੀਨੇਸ਼ਨ। ਸੋ ਸਟੂਡੈਂਟਸ ਆਪਾਂ ਅੱਜ ਦੀ ਕਲਾਸ ਆਪਾਂ ਪਹਿਲੇ ਚੈਪਟਰ ਤੋਂ ਸ਼ੁਰੂ ਕਰਾਂਗੇ। ਪਹਿਲੇ ਚੈਪਟਰ ਤੋਂ ਲੈ ਕੇ ਆਪਾਂ 10ਵੇਂ ਚੈਪਟਰ ਤੱਕ ਸਾਰਾ CBSE ਦਾ ਸਿਲੇਬਸ ਹੈ ਜਿਹੜਾ ਉਹ ਆਪਾਂ ਇਸੇ ਚੈਨਲ ਦਾ ਲਰਨਿੰਗ ਫੈਕਟਰੀ 'ਤੇ ਜਿਹੜਾ ਆਪਾਂ ਪੂਰੇ ਦਾ ਪੂਰਾ ਅਪਲੋਡ ਕਰਾਂਗੇ। ਸੋ ਸਟੂਡੈਂਟਸ ਸ਼ੁਰੂਆਤ ਕਰਦੇ ਹਾਂ ਪਹਿਲੇ ਚੈਪਟਰ ਤੋਂ। ਤੁਹਾਡਾ ਪਹਿਲਾ ਚੈਪਟਰ ਆ ਮੈਨੇਜਮੈਂਟ ਆਫ ਸਪੋਰਟਿੰਗ ਇਵੈਂਟ। ਤਾਂ ਪਹਿਲੀ ਸਲਾਈਡ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੈਨੇਜਮੈਂਟ ਬਾਰੇ। ਵਾਟ ਇਜ਼ ਅ ਮੈਨੇਜਮੈਂਟ, ਮੈਨੇਜਮੈਂਟ ਹੁੰਦੀ ਕੀ ਆ, ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਕਿਵੇਂ ਇਹ ਆਪਣਾ ਇਹਦਾ ਪ੍ਰੋਸੈਸ ਕਿੱਦਾਂ ਚੱਲਦਾ, ਪਲੈਨਿੰਗ ਕੀ ਹੁੰਦੀ ਹੈ, ਔਰਗੇਨਾਈਜ਼ਿੰਗ ਕੀ ਹੁੰਦੀ ਹੈ, ਸਟਾਫਿੰਗ ਕੀ ਹੁੰਦੀ ਹੈ, ਡਾਇਰੈਕਟਿੰਗ ਕੀ ਹੁੰਦੀ ਹੈ, ਕੰਟਰੋਲਿੰਗ ਕੀ ਹੁੰਦੀ ਆ। ਇਹਨਾਂ ਕਲਾਸਿਸ ਦੇ ਵਿੱਚ ਮੋਟਿਵ ਸਿਰਫ ਇੱਕੋ ਆ ਕਿ ਜਿਹੜਾ ਤੁਹਾਡੀ ਬੁੱਕਿਸ਼ ਲੈਂਗੁਏਜ ਦੇ ਵਿੱਚ ਜੇ ਕਿਤੇ ਔਖੀ ਲਾਈਨ ਵੀ ਜਿਹੜੇ ਬੱਚਿਆਂ ਦਾ ਇੰਗਲਿਸ਼ ਦੇ ਵਿੱਚ ਵੀਕ ਆ ਇੰਗਲਿਸ਼, ਤਾਂ ਦੇ ਕੈਨ ਰਾਈਟ ਈਜ਼ੀਲੀ ਇਨ ਦਾ ਫਾਈਨਲ ਐਗਜ਼ਾਮੀਨੇਸ਼ਨ। ਤਾਂ ਜੋ ਉਹ ਇਹਨਾਂ ਕਲਾਸਿਸ ਦੇ ਵਿੱਚ ਮੈਂ ਬਿਲਕੁਲ ਸੌਖੇ ਸੈਂਟੈਂਸ ਈਜ਼ੀ ਲੈਂਗੁਏਜ ਦੇ ਵਿੱਚ ਸਮਝਾਉਣ ਦੀ ਟਰਾਈ ਕਰੂੰਗਾ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਟੂਡੈਂਟਸ ਮੈਨੇਜਮੈਂਟ ਬਾਰੇ। ਮੈਨੇਜਮੈਂਟ ਹੁੰਦੀ ਕੀ ਆ? ਮੈਨੇਜਮੈਂਟ ਇਜ਼ ਅਸੈਂਸ਼ੀਅਲ ਫॉर ਐਨ ਆਰਗੇਨਾਈਜ਼ਡ ਲਾਈਫ ਐਂਡ ਨੈਸੈਸਰੀ ਟੂ ਰਨ ਆਲ ਟਾਈਪਸ ਆਫ ਆਰਗੇਨਾਈਜੇਸ਼ਨ। ਫੋਰ ਐਗਜ਼ਾਮਪਲ ਆਪਾਂ ਇੱਕ ਆਰਗੇਨਾਈਜੇਸ਼ਨ ਬਣਾ ਲਈ। ਆਰਗੇਨਾਈਜੇਸ਼ਨ ਦਾ ਮਤਲਬ ਹੁੰਦਾ ਜਿੱਥੇ ਕੁਛ ਬੰਦੇ ਇਕੱਠੇ ਹੋ ਕੇ ਇੱਕ ਕਾਮਨ ਪਰਪਜ਼ ਲਈ ਇੱਕ ਕਾਮਨ ਮੋਟਿਵ ਦੇ ਲਈ ਕੰਮ ਕਰਦੇ ਆ। ਦੈਟ ਇਜ਼ ਕਾਲਡ ਆਰਗੇਨਾਈਜੇਸ਼ਨ। ਆਰਗੇਨਾਈਜੇਸ਼ਨ ਕੀ ਹੁੰਦੀ ਆ? ਇੱਕ ਆਪਾਂ ਸਕੂਲ ਖੋਲ੍ਹਿਆ, ਉਹ ਵੀ ਆਰਗੇਨਾਈਜੇਸ਼ਨ ਹੋਊ। ਹੁਣ ਉਹ ਸਕੂਲ ਖੋਲ੍ਹਣ ਨੂੰ ਆਪਾਂ ਓਪਨ ਕਰ ਲਿਆ ਸਕੂਲ, ਉਹ ਸਕੂਲ ਨੂੰ ਚਲਾਉਣ ਦੇ ਲਈ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪਊਗੀ। ਤਾਂ ਉਹ ਸਾਰਾ ਕੁਛ ਚੀਜ਼ਾਂ ਆਪਾਂ ਗੱਲ ਕਰੀਏ ਹਾਇਰ ਕੌਣ ਕਰੂਗਾ, ਉਹ ਸਾਰਾ ਕੁਛ ਰੋਲ ਹੁੰਦਾ ਜੀ ਮੈਨੇਜਮੈਂਟ ਦਾ। ਜਿਵੇਂ ਆਪਾਂ ਪਹਿਲਾਂ ਉਹ ਬਿਲਡਿੰਗ ਇੱਕ ਵਧੀਆ ਰੈਡੀ ਕਰਨਗੇ, ਬਿਲਡਿੰਗ ਰੈਡੀ ਕਰਨ ਤੋਂ ਬਾਅਦ ਉਹ ਸਟਾਫ ਭਰਤੀ ਕਰਨਗੇ, ਸਟਾਫ ਤੋਂ ਬਾਅਦ ਉਹਦੇ ਪ੍ਰੋਸੈਸ ਚੱਲਣੇ, ਕੰਟਰੋਲ ਕਰਨਗੇ ਉਸ ਚੀਜ਼ ਨੂੰ, ਹੈ ਨਾ। ਤਾਂ ਆਪਾਂ ਬਾਏ ਪ੍ਰੋਸੈਸ, ਫਿਰ ਡਾਇਰੈਕਟਿੰਗ ਹੋਊਗੀ, ਕੰਟਰੋਲਿੰਗ ਹੋਊਗੀ। ਆਪਾਂ ਬਾਏ ਪ੍ਰੋਸੈਸ ਆਪਾਂ ਇਕੱਲੇ ਚੀਜ਼ 'ਤੇ ਆਪਾਂ ਗੱਲ ਕਰਾਂਗੇ। ਤਾਂ ਮੈਨੇਜਮੈਂਟ ਕੀ ਹੁੰਦਾ? ਇਹ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਰਨ ਕਰਨ ਦੇ ਲਈ ਅਸੈਂਸ਼ੀਅਲ ਪਾਰਟ ਹੁੰਦਾ। ਕੋਈ ਵੀ ਆਰਗੇਨਾਈਜੇਸ਼ਨ ਹੋ ਸਕਦੀ ਹੈ, ਜਿਵੇਂ NGO ਲਾ ਲਓ, NGO ਚੱਲਦੀਆਂ ਨੇ, ਉਹਦੀ ਵੀ ਇੱਕ ਮੈਨੇਜਮੈਂਟ ਹੁੰਦੀ ਆ। ਇੱਕ ਆਪਾਂ ਗੱਲ ਕਰੀਏ ਸਕੂਲ ਆ, ਕੋਈ ਵੀ ਸਕੂਲ ਚੱਲਦਾ, ਉਹਦੀ ਵੀ ਆਰਗੇਨਾਈਜੇਸ਼ਨ ਹੁੰਦੀ ਆ। ਉਸ ਨੂੰ ਆਰਗੇਨਾਈਜੇਸ਼ਨ ਨੂੰ ਚਲਾਉਣ ਦੇ ਲਈ ਆਪਾਂ ਨੂੰ ਮੈਨੇਜਮੈਂਟ ਦੀ ਲੋੜ ਪੈਂਦੀ ਆ। ਤਾਂ ਆਪਾਂ ਮੈਨੇਜਮੈਂਟ ਦੀ ਇੱਕ ਆਪਾਂ ਡੈਫੀਨੇਸ਼ਨ ਕਰ ਲਿਆ ਅਕੋਰਡਿੰਗ ਟੂ ਹੈਰੋਲਡ ਕੁੰਟਜ਼। ਮੈਨੇਜਮੈਂਟ ਇਜ਼ ਐਨ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ ਐਂਡ ਵਿਦ ਫਾਰਮਲੀ ਆਰਗੇਨਾਈਜ਼ਡ ਗਰੁੱਪਸ। ਕਿ ਮੈਨੇਜਮੈਂਟ ਕੀ ਆ? ਆਪਾਂ ਦੂਜਿਆਂ ਤੋਂ ਆਪਣੇ ਕੰਮ ਕਰਵਾਉਣ ਦੀ ਇੱਕ ਕਲਾ। ਮੈਨੇਜਮੈਂਟ ਆਪਾਂ ਇਹਦੇ ਅਕੋਰਡਿੰਗ ਕੀ ਆ ਕਿ ਮੈਨੇਜਮੈਂਟ ਸਟਾਫ ਤੋਂ ਕੰਮ ਕਰਵਾਉਣ ਦੀ ਇੱਕ ਕਲਾ ਹੈ। ਸਟਾਫ ਮਤਲਬ ਫੋਰ ਐਗਜ਼ਾਮਪਲ ਆਪਾਂ ਸਪੋਰਟਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਇੱਕ ਟੂਰਨਾਮੈਂਟ ਡਾਇਰੈਕਟਰ ਹੁੰਦਾ ਜਿਹਦੇ ਅਕੋਰਡਿੰਗ ਸਾਰਾ ਆਪਾਂ ਗੱਲ ਕਰੀਏ ਸਟਾਫ ਕੰਮ ਕਰਦਾ। ਤਾਂ ਸਟਾਫ ਦੀ ਉਹ ਡਿਊਟੀ ਲਾਉਂਦਾ ਐਜ਼ ਪਰ ਦੇਅਰ ਕੈਪੇਬਿਲਿਟੀ ਕਿ ਇਸ ਆਫੀਸ਼ੀਅਲ ਦੀ ਮੈਂ ਇੱਥੇ ਡਿਊਟੀ ਲਾ ਰਿਹਾ। ਮਤਲਬ ਜੋ ਉਹਦੀ ਉੱਥੇ ਪਾਰਟੀਕੂਲਰ ਸਪੌਟ 'ਤੇ ਡਿਊਟੀ ਲਾ ਰਿਹਾ, ਦੈਟ ਮੀਨਸ ਉਸ ਜਿਹੜੀ ਡਿਊਟੀ ਉਹ ਪਰਫੋਰਮ ਕਰ ਰਿਹਾ ਉਹਨੂੰ ਉਸ ਜਿਹੜੀ ਪਰਫੋਰਮ ਕਰਨੀ ਆ ਉਹਨੇ ਡਿਊਟੀ, ਤਾਂ ਉਹਨੂੰ ਨੌਲੇਜ ਹੋਊਗੀ। ਮਤਲਬ ਆਪਾਂ ਆਪਣਾ ਕੰਮ ਕਰਵਾਉਣਾ ਕਿਹਦੇ ਤੋਂ? ਦੂਜਿਆਂ ਤੋਂ। ਇਹ ਇੱਕ ਆਰਟ ਹੈ ਜਿਹੜਾ ਮੈਨੇਜਮੈਂਟ ਹੁੰਦਾ, ਠੀਕ ਹੈ। ਤਾਂ ਆਪਾਂ ਗੱਲ ਕਰਦੇ ਹਾਂ ਫੰਕਸ਼ਨਸ ਆਫ ਮੈਨੇਜਮੈਂਟ। ਅਤੇ ਇਸੇ ਚੈਪਟਰ ਦੇ ਵਿੱਚ 5 ਜਿਹੜੇ ਫੰਕਸ਼ਨ ਦਿੱਤੇ ਹੋਏ ਆ ਮੈਨੇਜਮੈਂਟ ਦੇ। ਪਹਿਲਾ ਆ ਗਿਆ ਜੀ ਪਲੈਨਿੰਗ, ਦੂਸਰਾ ਆ ਗਿਆ ਆਰਗੇਨਾਈਜ਼ਿੰਗ, ਤੀਸਰਾ ਆ ਗਿਆ ਸਟਾਫਿੰਗ, ਫਿਰ ਆ ਗਿਆ ਡਾਇਰੈਕਟਿੰਗ, ਔਰ ਪੰਜਵਾਂ ਆ ਗਿਆ ਕੰਟਰੋਲਿੰਗ। ਸੋ ਆਪਾਂ ਬਾਏ ਪਾਰਟ ਆਪਾਂ ਸਾਰਿਆਂ ਬਾਰੇ ਗੱਲ ਕਰਾਂਗੇ। ਸੋ ਆਪਾਂ ਪਹਿਲੇ ਬਾਰੇ ਗੱਲ ਕਰ ਰਹੇ ਹਾਂ ਪਲੈਨਿੰਗ। ਵਾਟ ਇਜ਼ ਅ ਪਲੈਨਿੰਗ? Planning is a process to think in advance about the event, where is to be done, when is to be done, and how is to be done. Planning ਕੀ ਹੁੰਦਾ? Planning ਇੱਕ ਪ੍ਰੋਸੈਸ ਆ ਜਿਹਦੇ 'ਚ ਆਪਾਂ ਸੋਚਦੇ ਹਾਂ ਪਹਿਲਾਂ, ਈਵੈਂਟ ਤੋਂ ਪਹਿਲਾਂ ਸੋਚਦੇ ਹਾਂ। ਫੋਰ ਐਗਜ਼ਾਮਪਲ ਵੀ ਆਰ ਆਰਗੇਨਾਈਜ਼ਿੰਗ ਅ ਟੂਰਨਾਮੈਂਟ ਇਨ ਯੋਰ ਸਕੂਲ। ਆਪਾਂ ਆਪਣੇ ਸਕੂਲ ਦੇ ਵਿੱਚ ਕੋਈ ਟੂਰਨਾਮੈਂਟ ਕਰਵਾਉਣ ਦੀ ਡਿਊਟੀ ਲੱਗ ਗਈ ਤੁਹਾਡੀ +2 ਕਲਾਸ ਦੀ ਕਿ ਤੁਸੀਂ ਆਰਗੇਨਾਈਜ਼ ਕਰਨਾ। ਤੁਸੀਂ ਸਭ ਤੋਂ ਸੀਨੀਅਰ ਕਲਾਸ ਹੋ, ਤੁਸੀਂ ਪਹਿਲਾਂ ਪ੍ਰਿੰਸੀਪਲ ਸਰ ਕੋਲ ਜਾਓਗੇ, ਇੱਕ ਡੇਟ ਫਾਈਨਲ ਕਰੋਗੇ, ਇੱਕ ਵੈਨਿਊ ਫਾਈਨਲ ਕਰੋਗੇ, ਕਿਹੜੇ ਗਰਾਊਂਡ ਦੇ ਵਿੱਚ ਕਰਵਾ ਰਹੇ ਹਾਂ, ਕਿੰਨੇ ਆਫੀਸ਼ੀਅਲਸ ਕੰਮ ਕਰਨਗੇ,
ਪਹਿਲਾਂ ਸੋਚਣਾ ਆਹ ਮੈਮ ਦੀ ਇੱਥੇ ਡਿਊਟੀ ਹੋਊ, ਆਹ ਵਾਲੇ ਸਰ ਦੀ ਐਂਕਰਿੰਗ 'ਤੇ ਡਿਊਟੀ ਹੋਊ, ਆਹ ਵਾਲੇ ਮੈਮ ਦੀ ਇੱਥੇ ਡਿਊਟੀ ਹੋਊ। ਮਤਲਬ ਜੋ ਈਵੈਂਟ ਹੋ ਰਿਹਾ ਉਸ ਤੋਂ ਪਹਿਲਾਂ ਉਸ ਦੇ ਬਾਰੇ ਸੋਚਣਾ ਇਜ਼ ਕਾਲਡ ਪਲੈਨਿੰਗ। Planning is the process to think in advance about the event, where is to be done, when is to be done and how is to be done. Next ਆਪਾਂ ਗੱਲ ਕਰਦੇ ਹਾਂ organizing ਬਾਰੇ। What is organizing? Organizing is a process to put or arrange things into a system or logical order. Organizing ਕੀ ਹੁੰਦਾ ਕਿ ਕਿਸੇ ਚੀਜ਼ ਨੂੰ ਆਰਗੇਨਾਈਜ਼ ਕਰਨਾ, ਮਤਲਬ ਜਿਹੜੀਆਂ ਵੀ ਚੀਜ਼ਾਂ ਨੇ, ਜੋ ਵੀ ਆਪਣੇ ਪ੍ਰੋਸੈਸ ਚੱਲਣੇ ਆ, ਜੋ ਵੀ ਆਪਣਾ ਸੀਕੁਐਂਸ ਚੱਲਣਾ, ਉਹਨੂੰ ਸੀਕੁਐਂਸ ਵਾਈਡ ਮਤਲਬ ਲੌਜੀਕਲ ਆਰਡਰ ਦੇ ਵਿੱਚ ਲਾਉਣਾ ਇਜ਼ ਕਾਲਡ ਆਰਗੇਨਾਈਜ਼ਿੰਗ। ਇਹ ਇੱਕ ਉਹ ਪ੍ਰੋਸੈਸ ਹੁੰਦਾ ਜਿਹੜੇ ਵੀ ਆਪਾਂ ਜੋ ਵੀ ਆਪਾਂ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹਾਂ ਉਹਨੂੰ ਸਿਸਟਮਿਕ ਚਲਾਉਣਾ। ਸਿਸਟਮਿਕ ਯੂ ਕੈਨ ਸੇ ਦੈਟ ਸ਼ਕੈਡਿਊਲ ਵੀ ਬੋਲ ਸਕਦੇ ਹੋ। ਉਹ ਸ਼ਕੈਡਿਊਲ ਨੂੰ ਸਿਸਟਮਿਕ ਚਲਾਉਣਾ, ਦੈਟ ਇਜ਼ ਕਾਲਡ ਆਰਗੇਨਾਈਜ਼ਿੰਗ। ਨੈਕਸਟ ਆਪਾਂ ਗੱਲ ਕਰਦੇ ਹਾਂ ਸਟਾਫਿੰਗ। ਸਟਾਫਿੰਗ ਦੇ ਵਿੱਚ ਬ੍ਰੈਕਟ ਦੇ ਵਿੱਚ ਮੈਂ ਇੱਕ ਵਰਡ ਲਿਖਿਆ ਰਿਕਰੂਟਮੈਂਟ ਪ੍ਰੋਸੈਸ। ਰਿਕਰੂਟਮੈਂਟ ਪ੍ਰੋਸੈਸ ਦਾ ਮਤਲਬ ਹੁੰਦਾ ਇਟ ਇਜ਼ ਅ ਪ੍ਰੋਸੈਸ ਟੂ ਸਿਲੈਕਟ ਦਾ ਸਟਾਫ ਮੈਂਬਰਸ ਟੂ ਪਰਫੋਰਮ ਵੇਰੀਅਸ ਡਿਊਟੀਜ਼ ਡਿਊਰਿੰਗ ਟੂਰਨਾਮੈਂਟ। ਟੂਰਨਾਮੈਂਟ ਦੇ ਦੌਰਾਨ ਸਟਾਫ ਦੀ ਸਿਲੈਕਸ਼ਨ ਕਰਨਾ, ਸਟਾਫਿੰਗ ਕਰਨਾ, ਮਤਲਬ ਕਿੰਨੇ ਸਟਾਫ ਦੀ ਲੋੜ ਆ ਤੁਹਾਨੂੰ। ਫੋਰ ਐਗਜ਼ਾਮਪਲ ਆਪਾਂ ਬਾਸਕਟਬਾਲ ਦਾ ਇੱਕ ਟੂਰਨਾਮੈਂਟ ਆਰਗੇਨਾਈਜ਼ ਕਰਨਾ, ਕਿੰਨੇ ਗਰਾਊਂਡ ਚਲਾਉਣੇ ਅਤੇ ਕਿੰਨੇ ਆਪਾਂ ਨੂੰ ਆਫੀਸ਼ੀਅਲ ਦੀ ਲੋੜ ਆ। ਆਫੀਸ਼ੀਅਲ ਆਪਾਂ ਉਹਨਾਂ ਨੂੰ ਲੈ ਕੇ ਆਵਾਂਗੇ ਜਿਨ੍ਹਾਂ ਨੂੰ ਐਜ਼ ਪਰ ਦੇਅਰ ਕੈਪੇਬਿਲਿਟੀ। ਇੱਕ ਚੀਜ਼ ਯਾਦ ਰੱਖਿਓ, ਇਟ ਇਜ਼ ਅ ਪ੍ਰੋਸੈਸ ਟੂ ਸਿਲੈਕਟ ਦਾ ਸਟਾਫ ਮੈਂਬਰਸ ਐਜ਼ ਪਰ ਦੇਅਰ ਕੈਪੇਬਿਲਿਟੀ। ਐਜ਼ ਪਰ ਦੇਅਰ ਕੈਪੇਬਿਲਿਟੀ ਦਾ ਮਤਲਬ ਹੈ ਜਿਹੜੇ ਪਰਸਨ ਨੂੰ ਜਿਹੜੀ ਚੀਜ਼ ਦੀ ਨੌਲੇਜ ਆ ਆਪਾਂ ਉਸ ਨੂੰ ਉਸ ਕੰਮ ਲਈ ਸਿਲੈਕਟ ਕੀਤਾ। ਫੋਰ ਐਗਜ਼ਾਮਪਲ ਮੈਂ ਇੱਕ ਟੂਰਨਾਮੈਂਟ ਡਾਇਰੈਕਟਰ ਹਾਂ। ਮੈਂ ਇੱਕ ਟੂਰਨਾਮੈਂਟ ਡਾਇਰੈਕਟਰ ਹਾਂ ਤਾਂ ਮੈਨੂੰ ਮੈਂ ਹਾਂ, ਇੱਕ ਮਿੰਟ ਇੱਥੇ ਆਪਾਂ ਗੱਲ ਕਰਦੇ ਹਾਂ। ਮੈਂ ਹਾਂ ਫੋਰ ਐਗਜ਼ਾਮਪਲ, ਮੇਰੇ ਕੋਲ 5 ਬੰਦੇ ਸੀਗੇ ਕੰਮ ਕਰਨ ਲਈ। ਇੱਕ ਆ ਗਿਆ, ਇੱਕ ਆ ਗਿਆ, ਇੱਕ ਆ ਗਿਆ, ਇੱਕ ਆ ਗਿਆ ਔਰ ਇੱਕ ਆ ਗਿਆ। ਹੁਣ ਮੈਂ ਬਾਸਕਟਬਾਲ ਦਾ ਟੂਰਨਾਮੈਂਟ ਕਰਵਾਉਣਾ, ਮੈਨੂੰ ਪਤਾ ਆਹ ਜਿਹੜਾ ਪਹਿਲਾ ਬੰਦਾ ਮੇਰੇ ਕੋਲ ਐਂਕਰਿੰਗ ਬਹੁਤ ਵਧੀਆ ਕਰ ਲੈਂਦਾ ਤਾਂ ਮੈਂ ਇਹਨੂੰ ਐਂਕਰਿੰਗ 'ਤੇ ਡਿਊਟੀ ਲਾ ਦੂੰਗਾ। ਮੈਨੂੰ ਪਤਾ ਆਹ 3 ਬੰਦੇ ਨੇ ਜਿਹੜੇ ਇਹ ਆਫੀਸ਼ੀਏਟਿੰਗ ਬਹੁਤ ਵਧੀਆ ਕਰਦੇ ਆ, ਵਿਸਲ ਬਹੁਤ ਵਧੀਆ ਕਰਦੇ ਆ, ਤਾਂ ਮੈਂ ਇਹਨਾਂ ਦੀ ਵਿਸਲ 'ਤੇ ਡਿਊਟੀ ਲਾ ਦੂੰਗਾ। ਮੈਨੂੰ ਪਤਾ ਆਹ ਬੰਦਾ ਮੇਰਾ ਰਿਫਰੈਸ਼ਮੈਂਟ ਕਮੇਟੀ, ਡਿਸਿਪਲਿਨ ਕਮੇਟੀ ਦੇ ਤੋਂ ਬੱਚੇ ਡਰਦੇ ਨੇ ਤਾਂ ਮੈਂ ਇਹਦੀ ਡਿਊਟੀ ਲਾ ਦੂੰਗਾ ਡਿਸਿਪਲਿਨ ਕਮੇਟੀ 'ਤੇ ਕਿ ਇਹਨੇ ਡਿਸਿਪਲਿਨ ਦੇ ਵਿੱਚ ਕੰਮ ਕਰਨਾ। ਤਾਂ ਮੈਂ ਕੀ ਕੀਤਾ, ਸਟਾਫ ਦੀ ਰਿਕਰੂਟਮੈਂਟ ਕੀਤੀ ਆ। ਮੈਂ ਸਟਾਫ ਦੀ ਡਿਊਟੀ ਲਾਈ ਆ ਕਿ ਕਿਵੇਂ ਲਾਈ ਆ, ਐਜ਼ ਪਰ ਦੇਅਰ ਕੈਪੇਬਿਲਿਟੀ। ਜਿੱਥੇ ਉਹ ਜਿਹਦੀ ਲੋੜ ਸੀ ਮੈਂ ਉਹਨੂੰ ਉੱਥੇ ਲਾਤਾ। ਇਹਨੂੰ ਆਪਾਂ ਇਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ, ਸਟਾਫਿੰਗ ਬੋਲਦੇ ਹਾਂ। ਨੈਕਸਟ ਆਪਾਂ ਗੱਲ ਕਰਦੇ ਹਾਂ ਡਾਇਰੈਕਟਿੰਗ। ਡਾਇਰੈਕਟਿੰਗ ਹੁੰਦਾ, ਡਾਇਰੈਕਟਿੰਗ ਰੈਫਰਸ ਟੂ ਅ ਪ੍ਰੋਸੈਸ ਔਰ ਟੈਕਨੀਕ of instructing, guiding, inspiring, counseling, overseeing and leading people toward the accomplishment of organizational goals। ਜਿਹੜੇ ਵੀ ਆਪਣੇ ਆਰਗੇਨਾਈਜੇਸ਼ਨ ਗੋਲਸ ਨੇ ਉਹਨਾਂ ਨੂੰ ਦੇਖਣਾ, ਆਪਣੀ ਜਿਹੜਾ ਸਟਾਫ ਆਪਣਾ ਉਹਨੂੰ ਇੰਸਟਰਕਟ ਕਰਨਾ। ਇੰਸਟਰਕਸ਼ਨਸ ਕੀ ਹੁੰਦੀਆਂ ਨੇ, ਫੋਰ ਐਗਜ਼ਾਮਪਲ ਸਟੂਡੈਂਟਸ ਨੂੰ ਆਪਾਂ ਬੋਲਤਾ ਕਿ ਸਟੂਡੈਂਟਸ ਵਿਲ ਕਮ ਇਨ ਵਾਈਟ ਡਰੈਸ ਫੋਰ ਐਗਜ਼ਾਮਪਲ, ਜਾਂ ਸਟੂਡੈਂਟਸ ਵਿਲ ਕਮ ਇਨ ਬਲੈਕ ਲੋਅਰ ਵਾਈਟ ਅਪਰ, ਐਵੇਂ ਦਾ ਕੁਛ ਆਪਾਂ ਡਰੈਸ ਕੋਡ ਰੱਖਤਾ ਉਸ ਸਪੋਰਟਸ ਡੇ ਵਾਲੇ ਦਿਨ। ਫੋਰ ਐਗਜ਼ਾਮਪਲ ਆਪਾਂ ਟੂਰਨਾਮੈਂਟ ਵਾਲੇ ਦਿਨ ਆਪਾਂ ਸਟੂਡੈਂਟਸ ਦਾ ਆਪਣੇ ਕੋਲ ਪੇਰੈਂਟਸ ਨੂੰ ਇੰਸਟਰਕਸ਼ਨਸ ਭੇਜੀਆਂ ਜਾਂਦੀਆਂ ਨੇ ਕਿ ਬੱਚੇ ਦਾ ਲੰਚ ਭੇਜੋ ਜੀ, ਨਾਲ ਬੱਚੇ ਦੇ ਐਵੇਂ ਦੇ ਸ਼ੂਜ਼, ਸਪੋਰਟਸ ਸ਼ੂ ਪਾਏ ਹੋਣ, ਹੈ ਨਾ। ਤਾਂ ਉਹ ਸਾਰਾ ਕੁਛ ਇੰਸਟਰਕਟਿੰਗ ਆਪਣੇ ਸਕੂਲ ਵੱਲੋਂ ਕੀਤਾ ਜਾਂਦਾ। ਤਾਂ ਐਵੇਂ ਹੀ ਇੰਸਟਰਕਸ਼ਨ ਦਿੰਦਾ ਗਾ। ਡਾਇਰੈਕਟਿੰਗ ਕੀ ਹੁੰਦਾ, ਡਾਇਰੈਕਟਿੰਗ ਇੱਕ ਉਹ ਪ੍ਰੋਸੈਸ ਹੁੰਦਾ ਜਿਹਦੇ 'ਚ ਇੰਸਟਰਕਟ ਕੀਤਾ ਜਾਂਦਾ, ਜਿਹਦੇ 'ਚ ਗਾਈਡ ਕੀਤਾ ਜਾਂਦਾ ਸਟਾਫ ਨੂੰ, ਜਿਹਦੇ 'ਚ ਇੰਸਪਾਇਰ ਕੀਤਾ ਜਾਂਦਾ, ਓਬਜ਼ਰਵ ਕੀਤਾ ਜਾਂਦਾ ਔਰ ਕਾਉਂਸਲਿੰਗ ਕੀਤੀ ਜਾਂਦੀ ਆ। ਓਵਰਸੀਇੰਗ, ਉਹਨਾਂ ਨੂੰ ਦੇਖਿਆ ਜਾਂਦਾ, ਜਿੱਥੇ ਵੀ ਲੱਗਦਾ ਉਹਨਾਂ ਨੂੰ ਗਾਈਡ ਕੀਤਾ ਜਾਂਦਾ। ਇਸ ਪ੍ਰੋਸੈਸ ਨੂੰ ਆਪਾਂ ਡਾਇਰੈਕਟਿੰਗ ਬੋਲਦੇ ਹਾਂ। ਨੈਕਸਟ ਲਾਸਟ ਆਪਾਂ ਗੱਲ ਕਰਦੇ ਹਾਂ ਕੰਟਰੋਲਿੰਗ। ਕੰਟਰੋਲਿੰਗ ਹੁੰਦਾ ਸੈੱਟ ਗਾਈਡਲਾਈਨ ਟੂ ਐਕਚੁਅਲ ਪਰਫੋਰਮੈਂਸ। ਹੁਣ ਇਹਦਾ ਮਤਲਬ, ਵਰਡ ਦਾ ਮਤਲਬ ਕੀ ਹੈ, ਸੈੱਟ ਗਾਈਡਲਾਈਨਸ ਟੂ ਐਕਚੁਅਲ ਪਰਫੋਰਮੈਂਸ ਦਾ ਮਤਲਬ ਹੈ ਕੰਟਰੋਲ ਕਰਨਾ। ਕੀ ਹੋ ਗਿਆ, ਫੋਰ ਐਗਜ਼ਾਮਪਲ ਪ੍ਰਿੰਸੀਪਲ ਨੇ ਕਹਿਤਾ ਕਿ ਸਕੂਲ ਦੇ ਵਿੱਚ ਸਾਰੇ ਟੀਚਰਸ ਐਵੇਂ ਕਰਕੇ ਬੱਚਿਆਂ ਨੂੰ ਕੰਟਰੋਲ ਕਰਨਗੇ। ਹੁਣ ਇੰਸਟਰਕਸ਼ਨਸ ਕਿੱਥੋਂ ਆ ਗਈਆਂ, ਸੈੱਟ ਗਾਈਡਲਾਈਨਸ ਕਿੱਥੋਂ ਸੈੱਟ ਹੋ ਕੇ ਆਈਆਂ, ਪ੍ਰਿੰਸੀਪਲ ਦੇ ਆਫਿਸ ਤੋਂ ਆ ਗਈਆਂ। ਹੁਣ ਉਹਦੇ 'ਤੇ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ, ਦੈਟ ਇਜ਼ ਕਾਲਡ ਕੰਟਰੋਲਿੰਗ। ਸੈੱਟ ਗਾਈਡਲਾਈਨ ਟੂ ਐਕਚੁਅਲ ਪਰਫੋਰਮੈਂਸ,
ਜਿਹੜੀਆਂ ਇੰਸਟਰਕਸ਼ਨਸ ਹੋਈਆਂ ਸੀ ਫੋਲੋ ਹੋਈਆਂ ਜਾਂ ਨਹੀਂ ਹੋਈਆਂ, ਜੇ ਫੋਲੋ ਹੋ ਰਹੀਆਂ ਉਹ ਦੈਟ ਮੀਨਸ ਉਸ ਪ੍ਰੋਸੈਸ ਨੂੰ ਆਪਾਂ ਕੰਟਰੋਲਿੰਗ ਬੋਲਾਂਗੇ। ਜੇ ਨਹੀਂ ਹੋ ਰਹੀਆਂ ਤਾਂ ਆਪਣਾ ਜਿਹੜਾ ਫੰਕਸ਼ਨ ਉਹ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੈ, ਤਾਂ ਹੁਣ ਆਪਾਂ ਪ੍ਰੋਸੈਸ ਨੂੰ ਆਪਾਂ ਕੰਟਰੋਲਿੰਗ ਬੋਲਦੇ ਹਾਂ। ਵਰਡ ਕੰਟਰੋਲਿੰਗ ਮੀਨਸ ensuring that activities in an organization are performed as per their plans। ਜਿਹੜੇ ਆਪਾਂ ਪਲੈਨਿੰਗ ਕੀਤੀ ਸੀ ਉਹਦੇ ਅਕੋਰਡਿੰਗ, ਜੇ ਆਪਣੇ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਪ੍ਰੋਸੈਸ ਚੱਲ ਰਿਹਾ ਉਹਦੇ ਅਕੋਰਡਿੰਗ ਆਪਣੀ ਐਕਟੀਵਿਟੀ ਚੱਲ ਰਹੀਆਂ, ਜਿਹੜਾ ਆਪਾਂ ਪਲਾਨ ਕੀਤਾ ਸੀ ਦੈਟ ਮੀਨਸ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਕੰਟਰੋਲ ਦੇ ਵਿੱਚ ਆ। ਜੇ ਆਪਾਂ ਆਪਣੇ ਪਲਾਨ ਦੇ ਅਕੋਰਡਿੰਗ ਸਾਰੀਆਂ ਚੀਜ਼ਾਂ ਥਿੰਗਸ ਆਰ ਨੋਟ ਡਨ ਅਕੋਰਡਿੰਗ ਟੂ ਆਪਾਂ ਜੋ ਵੀ ਪਲਾਨ ਕੀਤਾ ਉਹਦੇ ਅਕੋਰਡਿੰਗ ਨਹੀਂ ਹੋ ਰਹੀਆਂ, ਦੈਟ ਮੀਨਸ ਆਪਣੇ ਕੰਟਰੋਲਿੰਗ ਨਹੀਂ ਆ, ਆਪਣੇ ਅੰਡਰ ਨਹੀਂ ਆ ਉਹ ਫੰਕਸ਼ਨ, ਆਪਣੇ ਕੰਟਰੋਲ ਦੇ ਵਿੱਚ ਫੰਕਸ਼ਨ ਨਹੀਂ ਆ, ਆਪਣੇ ਆਪ ਫੰਕਸ਼ਨ ਹੋ ਰਿਹਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਵੇਰੀਅਸ ਕਮੇਟੀਜ਼। ਇੱਥੋਂ ਬਹੁਤ ਇੰਪੋਰਟੈਂਟ ਟੋਪਿਕ ਹੈ, ਇੱਥੋਂ ਇੱਕ ਨਾ ਇੱਕ MCQ ਜ਼ਰੂਰ ਬਣਦਾ। ਵੇਰੀਅਸ ਕਮੇਟੀਜ਼ ਬਾਰੇ ਗੱਲ ਕਰਾਂਗੇ, ਉਹਨਾਂ ਦੀਆਂ ਰਿਸਪੋਂਸੀਬਿਲਿਟੀਜ਼ ਕੀ ਹੁੰਦੀਆਂ ਨੇ। ਆਪਾਂ ਗੱਲ ਕਰਦੇ ਹਾਂ ਇੱਕ ਟੂਰਨਾਮੈਂਟ ਕਰਵਾਉਣਾ, ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਲੱਗਦੀਆਂ ਨੇ, ਜਿਵੇਂ ਕਿ ਆਪਾਂ ਨੂੰ ਡਿਸਿਪਲਿਨ ਕਮੇਟੀ ਬਣਾਉਣੀ ਪੈਂਦੀ ਆ, ਜਿਵੇਂ ਕਿ ਆਪਾਂ ਨੂੰ ਟਰਾਂਸਪੋਰਟੇਸ਼ਨ ਕਮੇਟੀ ਬਣਾਉਣੀ ਪੈਂਦੀ ਆ, ਬੋਰਡਿੰਗ ਐਂਡ ਲੌਜਿੰਗ ਕਮੇਟੀ ਬਣਾਉਣੀ ਪੈਂਦੀ ਆ, ਗਰਾਊਂਡ ਐਂਡ ਸਾਰੀਆਂ ਕਮੇਟੀਜ਼ ਬਣਦੀਆਂ ਨੇ। ਤਾਂ ਆਪਾਂ ਗੱਲ ਕਰਦੇ ਹਾਂ, ਮੈਂ ਜੇ ਕੋਈ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਹੈ ਉਹ ਵੀਡੀਓ ਦੇਖ ਰਿਹਾ, ਤਾਂ ਆਪਾਂ ਸਕੂਲਾਂ ਦੇ ਵਿੱਚ ਜਿੱਥੇ ਵੀ ਆਪਾਂ CBSE ਸਕੂਲਾਂ ਦੇ ਵਿੱਚ ਪ੍ਰਾਈਵੇਟ ਜਾਂ ਆਪਾਂ ਗੌਰਮੈਂਟ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਹਾਂ, ਆਪਾਂ ਉੱਥੇ ਵੀ ਐਵੇਂ ਦੀਆਂ ਕਮੇਟੀਆਂ ਬਣਾ ਕੇ ਹੀ ਅਥਲੈਟਿਕ ਮੀਟ ਕਰਵਾਈਏ, ਤਾਂ ਜੋ ਇੱਕ ਅਥਲੈਟਿਕ ਮੀਟ ਆ ਉਹ ਪ੍ਰੋਪਰ ਵੇ ਨਾਲ ਚੱਲੇ। ਤਾਂ ਆਪਾਂ ਪਹਿਲੀ ਕਮੇਟੀਜ਼ ਦਾ ਰੋਲ ਕੀ ਹੁੰਦਾ, ਕਮੇਟੀਜ਼ ਰਿਸਪੋਂਸੀਬਿਲਿਟੀ ਕੀ ਹੁੰਦੀ ਆ, ਆਪਾਂ ਉਹਨਾਂ ਬਾਰੇ ਗੱਲ ਕਰਾਂਗੇ। ਕਿਹੜੀ ਕਮੇਟੀ ਕਿਹੜੇ ਕੰਮ ਲਈ ਯੂਜ਼ ਕੀਤੀ, ਕਿਹੜਾ ਕੰਮ ਲਈ ਰਿਸਪੋਂਸੀਬਲ ਹੁੰਦੀ ਆ, ਆਪਾਂ ਉਹਨਾਂ ਬਾਰੇ ਗੱਲ ਕਰਾਂਗੇ। ਤਾਂ ਪਹਿਲੀ ਕਮੇਟੀ ਆ ਦਾ ਆਰਗੇਨਾਈਜ਼ਿੰਗ ਕਮੇਟੀ। ਹੁਣ ਆਪਾਂ ਆਰਗੇਨਾਈਜ਼ਿੰਗ ਕਮੇਟੀ ਦੀ ਗੱਲ ਕਰਦੇ ਹਾਂ। ਰਿਸਪੋਂਸੀਬਲ ਫॉर ਪਲੈਨਿੰਗ and executing the sporting event, they decide the venue, date and time, duration of the event and other logistics related to the event. Various committees are formed under this organization committee। ਹੁਣ ਆਪਾਂ ਗੱਲ ਕਰਦੇ ਹਾਂ ਕਿ ਆਰਗੇਨਾਈਜ਼ਿੰਗ ਕਮੇਟੀ ਦਾ ਕੰਮ ਕੀ ਹੁੰਦਾ। ਆਰਗੇਨਾਈਜ਼ਿੰਗ ਕਮੇਟੀ ਮੇਨ ਕਮੇਟੀ ਹੁੰਦੀ ਆ ਟੂਰਨਾਮੈਂਟ ਦੀ, ਜਿਹੜੀ ਵੈਨਿਊ ਫਾਈਨਲ ਕਰਦੀ ਆ, ਜਿਹੜੀ ਡੇਟ ਐਂਡ ਟਾਈਮ ਫਾਈਨਲ ਕਰਦੀ ਆ, ਡਿਊਰੇਸ਼ਨ ਕਿੰਨੇ ਟਾਈਮ ਦਾ ਮੈਚ ਉਹ ਫਾਈਨਲ ਕਰਦੀ ਆ, ਐਂਡ ਅਦਰ ਲੌਜਿਸਟਿਕਸ ਰੈਲੇਵੈਂਟ ਟੂ ਦਾ ਇਵੈਂਟ। ਠੀਕ ਹੈ, ਬਾਕੀ ਜਿਹੜੀਆਂ ਕਮੇਟੀਆਂ ਨੇ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ। ਹੁਣ ਨੈਕਸਟ ਆ ਗਈ ਪਬਲਿਸਿਟੀ ਕਮੇਟੀ। ਇਹਨਾਂ ਦਾ ਕੰਮ ਹੁੰਦਾ ਕਿ ਐਡਵਰਟਾਈਜ਼ਮੈਂਟ ਕਰਨੀ। ਮੇਨ ਰਿਸਪੋਂਸੀਬਿਲਿਟੀ ਆਫ ਦਿਸ ਕਮੇਟੀ is to advertise event. The committee publicly announce the event date and the venue। ਕਿੱਥੇ ਹੋਣਾ ਉਹ ਪਬਲਿਕ ਦੇ ਵਿੱਚ ਅਨਾਊਂਸ ਕਰਨਾ ਪਬਲਿਸਿਟੀ ਕਮੇਟੀ ਦਾ ਕੰਮ ਹੁੰਦਾ। ਜਿਵੇਂ ਕਿ ਇੱਕ ਫਿਲਮ ਆਉਂਦੀ ਹੈ ਮਾਰਕੀਟ ਦੇ ਵਿੱਚ, ਹੁਣ ਵਾਰਨਿੰਗ 2 ਆ ਰਹੀ ਹੈ, ਤਾਂ 2 ਫੈਬਰਵਰੀ ਤੋਂ ਪਹਿਲਾਂ ਫਿਲਮ ਦੀ ਪ੍ਰਮੋਸ਼ਨ ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੋ ਰਹੀ ਹੈ, ਉਹ ਕੰਮ ਹੁੰਦਾ ਪਬਲਿਸਿਟੀ ਕਮੇਟੀ ਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਟਰਾਂਸਪੋਰਟੇਸ਼ਨ ਕਮੇਟੀ। ਟਰਾਂਸਪੋਰਟੇਸ਼ਨ ਕਮੇਟੀ ਦਾ ਕੰਮ ਹੁੰਦਾ ਫॉर ਐਗਜ਼ਾਮਪਲ responsible for managing the transportation of athletes, officials and other participants to and from the venue। They coordinate with transport providers, plan transport route। ਜੋ ਵੀ ਰੂਟ ਰਹੂਗਾ, ਫॉर ਐਗਜ਼ਾਮਪਲ ਆ ਸਕੂਲ ਆ, ਇੱਥੇ ਗਰਾਊਂਡ, ਇੱਥੇ ਇਹ ਹੋਸਟਲ ਆ, ਬੱਚੇ ਜਿੱਥੇ ਰਹਿਣਗੇ, ਠੀਕ ਹੈ, ਆਪਾਂ ਡਿਸਾਈਡ ਕਰਤਾ ਇਹ ਹੋਸਟਲ ਆ, ਇੱਥੇ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ, ਇੱਥੋਂ ਤੱਕ ਲੈ ਕੇ ਆਉਣਾ ਇਹ ਟਰਾਂਸਪੋਰਟ ਕਮੇਟੀ ਦਾ ਕੰਮ ਆ। ਠੀਕ ਹੈ, ਇੱਥੋਂ ਛੱਡ ਕੇ ਆਉਣਾ ਜਦੋਂ ਟੂਰਨਾਮੈਂਟ ਖਤਮ ਹੋ ਗਿਆ ਹੋਸਟਲ ਦੇ ਵਿੱਚ, ਇਹ ਟਰਾਂਸਪੋਰਟੇਸ਼ਨ ਕਮੇਟੀ ਦਾ ਕੰਮ ਆ। ਨੈਕਸਟ ਆਪਾਂ ਗੱਲ ਕਰਦੇ ਹਾਂ ਬੋਰਡਿੰਗ ਐਂਡ ਲੌਜਿੰਗ ਕਮੇਟੀ ਦਾ। ਰਿਸਪੋਂਸੀਬਲ ਫॉर arranging accommodation and meals for the athletes, officials and other participants in the event। ਜਿਹੜੇ ਵੀ ਉੱਥੇ ਪਾਰਟੀਸਪੈਂਟ ਪਹੁੰਚੇ ਆਫੀਸ਼ੀਅਲਸ ਆ, ਉਹਨਾਂ ਲਈ ਮੀਲਸ ਦਾ ਮਤਲਬ ਬ੍ਰੇਕਫਾਸਟ, ਲੰਚ, ਡਿਨਰ ਦਾ ਅਰੇਂਜਮੈਂਟ ਕਰਨਾ। ਉਹ ਅਕੋਮੋਡੇਸ਼ਨ ਦਾ ਮਤਲਬ ਉਹਨਾਂ ਦੀ ਸਟੇ ਦਾ ਪ੍ਰਬੰਧ ਕਰਨਾ। ਇੱਥੇ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ, ਉਹਨਾਂ ਦਾ ਲੰਚ ਫॉर ਐਗਜ਼ਾਮਪਲ ਇੱਥੇ ਉਹਨਾਂ ਦਾ ਸਟੇ ਆ, ਇਹ ਸਟੇ ਦਾ ਪ੍ਰਬੰਧ ਕਰਨਾ, ਉਹ ਸਾਰਾ ਕੁਛ ਕੰਮ ਕਿਹਦਾ ਹੁੰਦਾ, ਬੋਰਡਿੰਗ ਐਂਡ ਲੌਜਿੰਗ ਕਮੇਟੀ ਦਾ ਕੰਮ ਹੁੰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਗਰਾਊਂਡਸ ਐਂਡ ਇਕੁਇਪਮੈਂਟ ਕਮੇਟੀ। ਰਿਸਪੋਂਸੀਬਲ ਫॉर ਰਿਪੇਅਰਿੰਗ ਐਂਡ ਮੇਨਟੇਨਿੰਗ ਦਾ ਪਲੇਇੰਗ ਸਰਫੇਸ ਐਂਡ ਇਕੁਇਪਮੈਂਟ ਫॉर ਦਾ ਇਵੈਂਟ। ਜਿਹੜੇ ਵੀ ਇਕੁਇਪਮੈਂਟ ਨੇ, ਫॉर ਐਗਜ਼ਾਮਪਲ ਜੈਵਲਿਨ ਥਰੋ ਕਰਵਾਉਣੀ ਆਪਾਂ, ਜੈਵਲਿਨ ਥਰੋ ਬੈਟਨ ਚਾਹੀਦੇ ਆ, ਉਹ ਸਾਰਾ ਕੁਛ ਗਰਾਊਂਡ ਐਂਡ ਇਕੁਇਪਮੈਂਟ ਕਮੇਟੀ ਦਾ ਕੰਮ ਹੁੰਦਾ। ਠੀਕ ਆ, ਆਪਾਂ ਨੂੰ
ਸ਼ਾਟਪੁੱਟ ਚਾਹੀਦਾ, ਸ਼ਾਟਪੁੱਟ ਦੇ ਸੈਕਟਰ 'ਤੇ, ਠੀਕ ਹੈ। ਆਹ ਸ਼ਾਟਪੁੱਟ ਦਾ ਸੈਕਟਰ ਆ, ਇੱਥੇ ਆਪਾਂ ਨੂੰ ਸ਼ਾਟਪੁੱਟ ਚਾਹੀਦਾ। ਉਹ ਸਾਰਾ ਕੁਛ ਪਹੁੰਚਾਉਣਾ ਉਹ ਕਿਹਦਾ ਕੰਮ ਹੁੰਦਾ ਗਾ, ਗਰਾਊਂਡ ਐਂਡ ਇਕੁਇਪਮੈਂਟ ਕਮੇਟੀ ਦਾ ਕੰਮ ਹੁੰਦਾ। ਇਕੁਇਪਮੈਂਟ ਸਾਰੇ ਸਪੋਰਟਸ ਇਕੁਇਪਮੈਂਟ ਦੀ ਗੱਲ ਕਰ ਰਹੇ ਹੋ, ਤਾਂ ਉਹ ਜਿਹੜਾ ਈਵੈਂਟ ਹੋ ਰਿਹਾ, ਜਿਹੜੇ ਗਰਾਊਂਡ ਦੇ ਵਿੱਚ ਹੋ ਰਿਹਾ, ਉੱਥੇ ਬਾਲ ਫੋਰ ਐਗਜ਼ਾਮਪਲ ਫੁੱਟਬਾਲ ਹੋ ਰਹੀ ਹੈ, ਫੁੱਟਬਾਲ ਲੈ ਕੇ ਜਾਣਾ ਗਰਾਊਂਡ ਤੱਕ, ਉਹ ਸਾਰਾ ਕੁਛ ਇਸ ਕਮੇਟੀ ਦੇ ਅੰਡਰ ਆਉਂਦਾ, ਗਰਾਊਂਡ ਐਂਡ ਇਕੁਇਪਮੈਂਟ ਕਮੇਟੀ। ਨੈਕਸਟ ਆਪਾਂ ਗੱਲ ਕਰਦੇ ਹਾਂ ਡੈਕੋਰੇਸ਼ਨ ਐਂਡ ਸੈਰੇਮਨੀ ਕਮੇਟੀ। ਇਹਦਾ ਡੈਕੋਰੇਸ਼ਨ ਦਾ ਕੰਮ ਹੁੰਦਾ, ਗਰਾਊਂਡ ਨੂੰ ਸਜਾਉਣਾ। ਨੈਕਸਟ ਆਪਾਂ ਗੱਲ ਕਰਦੇ ਹਾਂ ਕਮੇਟੀ ਫॉर ਰਿਫਰੈਸ਼ਮੈਂਟ ਐਂਡ ਇੰਟਰਟੇਨਮੈਂਟ। ਰਿਫਰੈਸ਼ਮੈਂਟ, ਪਲੇਅਰਾਂ ਨੂੰ ਰਿਫਰੈਸ਼ਮੈਂਟ ਦੇਣੀ, ਠੀਕ ਹੈ। ਪ੍ਰੋਵਾਈਡਿੰਗ ਇੰਟਰਟੇਨਮੈਂਟ ਆਫ ਦਾ ਪਾਰਟੀਸਪੈਂਟ ਐਂਡ ਸਪੈਕਟੇਟਰ ਡਿਊਰਿੰਗ ਦਾ ਈਵੈਂਟ, ਉਹਨਾਂ ਦਾ ਇੰਟਰਟੇਨਮੈਂਟ ਕਰਨਾ, ਇਹਦਾ ਕੰਮ ਹੁੰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਰਿਸੈਪਸ਼ਨ ਕਮੇਟੀ। ਰਿਸੈਪਸ਼ਨ ਕਮੇਟੀ ਦਾ ਕੰਮ ਹੁੰਦਾ ਸਾਰਿਆਂ ਦਾ ਵੈਲਕਮ ਕਰਨਾ, ਠੀਕ ਹੈ। ਰਿਸਪੋਂਸੀਬਲ ਫॉर ਵੈਲਕਮਿੰਗ ਦਾ ਐਥਲੀਟਸ, ਆਫੀਸ਼ੀਅਲ, ਚੀਫ ਗੈਸਟ ਐਂਡ ਅਦਰ ਪਾਰਟੀਸਪੈਂਟਸ ਟੂ ਦਾ ਇਵੈਂਟ। They manage the reception area and ensure that the participants receive a warm welcome. ਉਹਨਾਂ ਦਾ ਕੰਮ ਹੁੰਦਾ ਕਿ ਉਹਨਾਂ ਜਿਹੜੇ ਪਾਰਟੀਸਪੈਂਟ ਆਉਣ, ਆਫੀਸ਼ੀਅਲਸ ਆਉਣ, ਉਹਨਾਂ ਦਾ ਵਾਰਮ ਵੈਲਕਮ ਕਰਨਾ। ਨੈਕਸਟ ਆਪਾਂ ਗੱਲ ਕਰਦੇ ਹਾਂ ਕਮੇਟੀ ਔਨ ਐਂਟਰੀਜ਼ ਐਂਡ ਪ੍ਰੋਗਰਾਮ। ਜਿਹੜੇ ਵੀ ਐਂਟਰੀਜ਼ ਹੋਣਗੀਆਂ, ਕਿੰਨੀਆਂ ਟੀਮਾਂ, ਜੋ ਪਾਰਟੀਸਪੈਂਟ ਆਉਣਗੇ ਉਹ ਆਪਣੀ ਐਂਟਰੀ ਕਰਵਾਉਣਗੇ, ਉਹਦਾ ਕੰਮ ਹੁੰਦਾ ਉਹਨਾਂ ਦੀ ਐਂਟਰੀ ਕਰਨਾ। ਨੈਕਸਟ ਕਮੇਟੀ ਫॉर ਆਫੀਸ਼ੀਅਲਸ। This committee select various officials like referee, judges, etc. and trains them for the event. They ensure that the officials are knowledgeable about the sport and the rules and regulation of the event. Committee for officials ਕੀ ਕਰਦੀ ਆ, ਕਾਹਦੇ ਲਈ ਰਿਸਪੋਂਸੀਬਲ ਹੁੰਦੀ ਆ, ਉਹ ਸਿਲੈਕਟ ਕਰਦੀ ਆ ਵੇਰੀਅਸ ਆਫੀਸ਼ੀਅਲਸ ਨੂੰ, ਰੈਫਰੀਜ਼ ਨੂੰ, ਜੱਜ ਨੂੰ, ਉਹ ਅਤੇ ਉਹਨਾਂ ਨੂੰ ਟ੍ਰੇਨ ਕਰਦੀ ਹੈ ਕਿ ਉਹ ਜਿਹੜੇ ਡਿਊਰਿੰਗ ਦਾ ਈਵੈਂਟ ਉਹ ਸਹੀ ਜਿਹੜਾ ਆਪਣਾ ਫੈਸਲਾ ਜਾਂ ਡਿਸੀਜਨ ਉਹ ਦੇ ਸਕਣ। ਨੈਕਸਟ ਫਸਟ ਏਡ ਕਮੇਟੀ, ਪਲੇਅਰ ਦੇ ਕਿਸੇ ਦੇ ਸੱਟ ਲੱਗ ਜਾਂਦੀ ਉਹਨੂੰ ਫਸਟ ਏਡ ਪ੍ਰੋਵਾਈਡ ਕਰਦੀ ਆ। ਫਾਈਨੈਂਸ ਕਮੇਟੀ ਰਿਸਪੋਂਸੀਬਲ ਫॉर ਮੈਨੇਜਿੰਗ ਦਾ ਬਜਟ ਆਫ ਦਾ ਈਵੈਂਟ। ਜਿਹੜਾ ਵੀ ਬਜਟ ਬਣਦਾ ਉਹ ਫਾਈਨੈਂਸ ਕਮੇਟੀ ਰਿਸਪੋਂਸੀਬਲ ਹੁੰਦੀ ਆ। ਦੇ ਪ੍ਰਪੇਅਰ ਦਾ ਬਜਟ, ਐਲੋਕੇਟ ਫੰਡਸ ਟੂ ਡਿਫਰੈਂਟ ਏਰੀਆਜ਼ ਆਫ ਦਾ ਈਵੈਂਟ ਐਂਡ ਇੰਸ਼ੋਰ that the expenses are within the budget. ਜੋ ਬਜਟ ਬਣਦਾ ਉਹਦੇ ਵਿੱਚ ਐਕਸਪੈਂਸਿਵ ਰਹਿਣ, ਉਹ ਇੰਸ਼ੋਰ ਕਰਦੇ ਆ ਫਾਈਨੈਂਸ ਕਮੇਟੀ। ਲਾਸਟ ਕਮੇਟੀ ਅਨਾਊਂਸਮੈਂਟ ਕਮੇਟੀ, ਜਿਹੜੀ ਜਿੱਥੇ ਵੀ ਟੂਰਨਾਮੈਂਟ ਦੇ ਵਿੱਚ ਈਵੈਂਟ ਹੋ ਰਿਹਾ ਉਹਨਾਂ ਨੂੰ ਕੀ ਕਰਦੀ ਆ, ਅਨਾਊਂਸਮੈਂਟ ਕਰਦੀ ਆ। ਫੋਰ ਐਗਜ਼ਾਮਪਲ ਹਰਡਲ ਰੇਸ ਹੋ ਰਹੀ ਆ, ਠੀਕ ਹੈ। ਫੋਰ ਐਗਜ਼ਾਮਪਲ ਇੱਕ ਪਾਸੇ, ਦੂਸਰੇ ਪਾਸੇ ਆਪਾਂ ਦੇਖੀਏ, ਠੀਕ ਆ, 400 ਮੀਟਰ ਹੋ ਰਹੀ ਆ। ਆਪਾਂ ਇਵੇਂ ਦੇ ਜਿਹੜੇ ਵੀ ਈਵੈਂਟ ਸੀਕੁਐਂਸ ਦੇ ਵਿੱਚ ਹੁੰਦੇ ਆਪਣੇ ਐਜ਼ ਪਰ ਦੇਅਰ ਸ਼ਕੈਜੂਲ, ਅਤੇ ਉਹ ਅਨਾਊਂਸਮੈਂਟ ਕਰਦੀ ਆ ਅਨਾਊਂਸਮੈਂਟ ਕਮੇਟੀ। ਨੈਕਸਟ ਆਪਾਂ ਗੱਲ ਕਰਦੇ ਹਾਂ +2 ਦੇ ਚੈਪਟਰ ਦੇ ਵਿੱਚ ਜਿਹੜਾ ਨੈਕਸਟ ਟੋਪਿਕ ਆ ਉਹ ਹੈਗਾ ਰਿਸਪੋਂਸੀਬਿਲਟੀਜ਼। ਕਿ ਪ੍ਰੀ ਦਾ ਮਤਲਬ ਹੁੰਦਾ ਟੂਰਨਾਮੈਂਟ ਤੋਂ ਪਹਿਲਾਂ, ਡਿਊਰਿੰਗ ਦਾ ਮਤਲਬ ਹੁੰਦਾ ਚੱਲ ਰਹੇ ਟੂਰਨਾਮੈਂਟ ਦੇ ਦੌਰਾਨ, ਐਂਡ ਪੋਸਟ ਟੂਰਨਾਮੈਂਟ ਰਿਸਪੋਂਸੀਬਿਲਟੀਜ਼ ਕੀ ਹੁੰਦੀਆਂ ਨੇ। ਤਾਂ ਆਪਾਂ ਇਹਨਾਂ ਨੂੰ 3 ਤਰ੍ਹਾਂ ਨਾਲ ਕੈਟੇਗਰਾਈਜ਼ਡ ਕਰਦੇ ਹਾਂ। ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰੀ ਟੂਰਨਾਮੈਂਟ ਰਿਸਪੋਂਸੀਬਿਲਟੀਜ਼। ਹੁਣ ਆਪਾਂ ਜੇ ਆਪਾਂ ਸਿੰਪਲ ਜੀ ਆਪਾਂ ਦਿਮਾਗ ਲਾਈਏ ਨਾ, ਆਪਾਂ ਗਰਾਊਂਡ ਪ੍ਰਪੇਅਰ ਕਰਨੇ, ਉਹ ਵੀ ਪ੍ਰੀ ਟੂਰਨਾਮੈਂਟ ਤੋਂ ਪਹਿਲਾਂ ਹੁੰਦਾ। ਬਜਟ ਪ੍ਰਪੇਅਰ ਕਰਨਾ, ਉਹ ਵੀ ਟੂਰਨਾਮੈਂਟ ਤੋਂ ਪਹਿਲਾਂ ਹੁੰਦਾ, ਠੀਕ ਹੈ। ਟੂ ਪ੍ਰਪੇਅਰ ਦਾ ਪ੍ਰੋਪਰ ਬਜਟ ਫॉर ਦਾ ਟੂਰਨਾਮੈਂਟ, ਪਹਿਲਾਂ ਹੁੰਦਾ ਬਜਟ, ਪਹਿਲਾਂ ਆਪਾਂ ਪ੍ਰਪੇਅਰ ਕਰਦੇ ਹਾਂ। ਟੂ ਪ੍ਰਪੇਅਰ ਦਾ ਸ਼ਕੈਡਿਊਲ ਐਂਡ ਪ੍ਰੋਗਰਾਮਸ ਫॉर ਦਾ ਟੂਰਨਾਮੈਂਟ, ਸ਼ਕੈਡਿਊਲ ਆਪਾਂ ਪਹਿਲਾਂ ਬਣਾਉਣੇ ਆ। ਟੂ ਫੋਰਮ ਵੇਰੀਅਸ ਕਮੇਟੀਜ਼ ਫॉर ਦਾ ਵੇਰੀਅਸ ਟਾਸਕ, ਕਮੇਟੀਜ਼ ਆਪਾਂ ਪਹਿਲਾਂ ਬਣਾਉਣੇ ਆ। ਟੂ ਸੈਂਡ ਇਨਫੋਰਮੇਸ਼ਨ ਟੂ ਵੇਰੀਅਸ ਟੀਮਸ ਅਬਾਊਟ ਦਾ ਡੇਟ ਐਂਡ ਵੈਨਿਊ ਆਫ ਦਾ ਟੂਰਨਾਮੈਂਟ, ਪਹਿਲਾਂ ਆਪਾਂ ਮੇਲ ਕਰਦੇ ਹਾਂ ਸਾਰੇ ਪਾਰਟੀਸਪੈਂਟਸ ਨੂੰ ਕਿ ਇੰਨੀ ਡੇਟ ਨੂੰ ਟੂਰਨਾਮੈਂਟ ਹੋ ਰਿਹਾ ਔਰ ਇਹ ਵੈਨਿਊ ਹੋਵੇਗਾ। ਟੂ ਮੇਕ ਅਰੇਂਜਮੈਂਟਸ ਰਿਗਾਰਡਿੰਗ ਬੋਰਡਿੰਗ ਐਂਡ ਲੌਜਿੰਗ ਆਫ ਦਾ ਪਲੇਅਰ, ਉਹਨਾਂ ਦੀ ਸਟੇ ਦਾ, ਅਕਮੋਡੇਸ਼ਨ ਦਾ ਪ੍ਰਬੰਧ ਕਿੱਥੇ ਕਰਨਾ ਉਹ ਪਹਿਲਾਂ ਹੋਊਗਾ। ਟੂ ਡਿਸਾਈਡ ਦਾ ਅਰੇਂਜ ਦਾ ਪ੍ਰਾਈਜ਼ ਸਰਟੀਫਿਕੇਟ ਐਂਡ ਮੈਡਲਸ ਫॉर ਵਿਨਰਸ, ਉਹ ਪਹਿਲਾਂ ਸਾਰਾ ਕੁਛ ਡਿਸਾਈਡ ਹੋਊਗਾ ਟੂਰਨਾਮੈਂਟ ਤੋਂ ਪਹਿਲਾਂ। ਪ੍ਰਪੇਅਰ ਦਾ ਗਰਾਊਂਡ ਟਰੈਕਸ ਫॉर ਦਾ ਸਪੋਰਟਸ ਟੂਰਨਾਮੈਂਟ ਐਂਡ ਅਰੇਂਜ ਦਾ ਇਕੁਇਪਮੈਂਟ ਰਿਕੁਆਇਰਡ ਟੂ ਸੈਂਡ ਦਾ ਐਂਟਰੀ ਫॉर्म ਟਾਈਮਲੀ। ਇਹ ਸਾਰਾ ਕੁਛ ਗਰਾਊਂਡ ਪ੍ਰਪੇਅਰ ਕਰਨੇ, ਟਰੈਕ ਪ੍ਰਪੇਅਰ ਕਰਨਾ, ਸਾਰਾ ਕੁਛ ਟੂਰਨਾਮੈਂਟ ਤੋਂ ਪਹਿਲਾਂ ਹੋਊਗਾ। ਹੁਣ ਆਪਾਂ ਗੱਲ ਕਰਦੇ ਹਾਂ ਡਿਊਰਿੰਗ ਟੂਰਨਾਮੈਂਟ ਰਿਸਪੋਂਸੀਬਿਲਟੀਜ਼, ਮਤਲਬ ਜਦੋਂ ਟੂਰਨਾਮੈਂਟ ਚੱਲ ਰਿਹਾ ਉਦੋਂ ਕਿਹੜੀਆਂ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ। ਟੂ ਇੰਸ਼ੋਰ ਪ੍ਰੋਪਰ ਅਰੇਂਜਮੈਂਟਸ ਰਿਗਾਰਡਿੰਗ ਦਾ ਇਨੈਗੋਰੇਸ਼ਨ ਆਫ ਦਾ ਸਪੋਰਟਸ ਟੂਰਨਾਮੈਂਟ, ਜਿਹੜੀ ਇਨੈਗੋਰੇਸ਼ਨ ਹੋਣੀ ਆ ਉਹਦਾ ਪ੍ਰੋਪਰ ਅਰੇਂਜਮੈਂਟ ਹੈ, ਇਹ ਇੰਸ਼ੋਰ ਕਰਨਾ ਉਸ ਦਿਨ ਜਿਸ ਦਿਨ ਤੁਸੀਂ ਕੀ ਕਰ ਰਹੇ ਹੋ, ਟੂਰਨਾਮੈਂਟ ਕਰ ਰਹੇ ਹੋ।
ਨੈਕਸਟ ਮੇਕ ਸ਼ੋਰ ਸਪੋਰਟਸ ਗਰਾਊਂਡਸ ਟਰੈਕਸ ਆਰ ਇਨ ਆਰਡਰ, ਸਹੀ ਆਰਡਰ ਦੇ ਵਿੱਚ ਬਣੇ ਹੋਏ ਨੇ। ਇਹ ਆਪਾਂ ਡਿਊਰਿੰਗ ਟੂਰਨਾਮੈਂਟ ਰਿਸਪੌਂਸੀਬਿਲਿਟੀਜ਼ ਨੇ। ਮੇਨਟੇਨ ਡਿਸਿਪਲਨ, ਆਪਾਂ ਡਿਸਿਪਲਨ ਬਣਾ ਕੇ ਰੱਖਣਾ, ਇਹ ਡਿਊਰਿੰਗ ਟੂਰਨਾਮੈਂਟ ਰਿਸਪੌਂਸੀਬਿਲਿਟੀਜ਼ ਨੇ। ਇਨਸ਼ੋਰ ਦੈਟ ਟੂਰਨਾਮੈਂਟ ਇਜ਼ ਬੀਂਗ ਆਰਗੇਨਾਈਜ਼ਡ ਅਕੋਰਡਿੰਗ ਟੂ ਦਾ ਸ਼ਡਿਊਲ ਦੇ ਅਕੋਰਡਿੰਗ ਚੱਲ ਰਿਹਾ ਟੂਰਨਾਮੈਂਟ, ਇਹ ਇਨਸ਼ੋਰ ਕਰਨਾ। ਮੇਕ ਨੈਸੈਸਰੀ ਅਨਾਊਂਸਮੈਂਟ ਰਿਗਾਰਡਿੰਗ ਦਾ ਪ੍ਰੋਸੈਸ ਆਫ ਦਾ ਟੂਰਨਾਮੈਂਟ। ਇੰਪਾਰਟ ਫਸਟ ਏਡ ਟੂ ਇੰਜਰਡ, ਜਿਹੜਾ ਕੋਈ ਬੱਚਾ ਇੰਜਰਡ ਹੁੰਦਾ, ਪਾਰਟੀਸਪੈਂਟ ਇੰਜਰਡ ਹੁੰਦਾ, ਉਹਨੂੰ ਆਪਾਂ ਫਸਟ ਏਡ ਪ੍ਰੋਵਾਈਡ ਕਰਨੀ ਹੈ ਆਪਾਂ ਡਿਊਰਿੰਗ ਟੂਰਨਾਮੈਂਟ ਰਿਸਪੌਂਸੀਬਿਲਿਟੀਜ਼ ਨੇ। ਨੈਕਸਟ ਪ੍ਰਪੇਅਰ ਪ੍ਰੋਪਰ ਸਕੋਰ ਕਾਰਡ ਪ੍ਰਪੇਅਰ ਕਰਨਾ। ਅਪਡੇਟ ਇਨਫੋਰਮੇਸ਼ਨ ਔਨ ਦਾ ਮੀਡੀਆ ਚੈਨਲਸ, ਮੀਡੀਆ ਚੈਨਲ 'ਤੇ ਜਿਹੜੀ ਇਨਫੋਰਮੇਸ਼ਨ ਅਪਡੇਟ ਕਰਨੀ। ਅਰੇਂਜ ਰਿਫਰੈਸ਼ਮੈਂਟਸ ਫॉर ਦਾ ਪਲੇਅਰਸ ਐਂਡ ਆਫੀਸ਼ੀਅਲਸ। ਨੈਕਸਟ ਆਪਾਂ ਗੱਲ ਕਰਦੇ ਹਾਂ ਪੋਸਟ ਟੂਰਨਾਮੈਂਟ ਰਿਸਪੌਂਸੀਬਿਲਿਟੀਜ਼। ਜਦੋਂ ਟੂਰਨਾਮੈਂਟ ਹੋ ਜਾਂਦਾ ਉਸ ਤੋਂ ਬਾਅਦ ਇੱਕ ਆਫੀਸ਼ੀਅਲ ਦੀਆਂ ਕੀ ਰਿਸਪੌਂਸੀਬਿਲਿਟੀਜ਼, ਇੱਕ ਮੈਨੇਜਮੈਂਟ ਵਾਲੇ ਦੀਆਂ ਕੀ ਆਪਾਂ ਗੱਲ ਕਰਦੇ ਹਾਂ ਰਿਸਪੌਂਸੀਬਿਲਿਟੀਜ਼ ਹੁੰਦੀਆਂ ਨੇ। ਨੰਬਰ 1 ਪ੍ਰੋਵਾਈਡ ਡਿਟੇਲਸ ਰੂਲਸ ਟੂ ਮੀਡੀਆ ਪ੍ਰੋਵਾਈਡ ਡਿਟੇਲਡ ਰਿਜ਼ਲਟ ਟੂ ਮੀਡੀਆ। ਜੋ ਵੀ ਰਿਜ਼ਲਟ ਰਿਹਾ ਟੂਰਨਾਮੈਂਟ ਦਾ ਆਪਾਂ ਮੀਡੀਆ ਦੇ ਵਿੱਚ ਲਵਾਉਣਾ ਤਾਂ ਆਪਾਂ ਪ੍ਰੋਵਾਈਡ ਕਰਨਾ ਮੀਡੀਆ ਨੂੰ। ਟੂ ਗਿਵ ਪ੍ਰਾਈਜ਼ ਟੂ ਦਾ ਵਿਨਰ, ਟੂਰਨਾਮੈਂਟ ਤੋਂ ਬਾਅਦ ਆਪਾਂ ਪ੍ਰਾਈਜ਼ਸ ਵੀ ਦੇਣੇ ਨੇ, ਸਰਟੀਫਿਕੇਟ ਵੀ ਦੇਣੇ ਨੇ। ਪ੍ਰੈਜੈਂਟ ਮੋਮੈਂਟੋਜ਼ ਟੂ ਦਾ ਚੀਫ ਗੈਸਟ ਐਂਡ ਅਦਰ ਸਪੈਸ਼ਲ ਗੈਸਟ, ਚੀਫ ਗੈਸਟ ਨੂੰ ਮੋਮੈਂਟੋਜ਼ ਐਂਡ ਜਿਹੜੇ ਅਦਰ ਸਪੈਸ਼ਲ ਗੈਸਟ ਆਫ ਔਨਰ ਆਏ ਨੇ ਆਪਾਂ ਉਹਨਾਂ ਨੂੰ ਮੋਮੈਂਟੋ ਪ੍ਰੋਵਾਈਡ ਕਰਵਾਉਣਾ। ਰਿਟਰਨ ਦਾ ਸਿਕਿਉਰਿਟੀ ਫੰਡ ਟੂ ਦਾ ਟੀਮਸ, ਜਦੋਂ ਵੀ ਜਿੱਥੇ ਵੀ ਟੂਰਨਾਮੈਂਟ ਹੁੰਦਾ ਉੱਥੇ ਜਿੱਥੇ ਅਕਮੋਡੇਸ਼ਨ ਹੁੰਦੀ ਆ ਉੱਥੇ ਪਲੇਅਰਾਂ ਦੇ ਜੋ ਵੀ ਟੀਮ ਇੰਚਾਰਜ ਆਉਂਦਾ ਪਲੇਅਰਾਂ ਦੇ ਨਾਲ, ਉਹ ਤੋਂ ਐਜ਼ ਸਿਕਿਉਰਿਟੀ ਪਰਪਜ਼ ਲਈ ਉਦੋਂ ਕੁਛ ਮਨੀ ਡਿਪੋਜ਼ਿਟ ਕਰਵਾ ਲਈ ਜਾਂਦੀ ਹੈ ਟੂਰਨਾਮੈਂਟ ਕਮੇਟੀ ਵੱਲੋਂ। ਉਹ ਜਦੋਂ ਉਹ ਅਕਮੋਡੇਸ਼ਨ ਤੋਂ ਜਾਂਦੇ ਆ ਤਾਂ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹ ਵਾਪਸ ਹੋ ਜਾਂਦੀ ਆ, ਤਾਂ ਸਿਕਿਉਰਿਟੀ ਵਾਪਸ ਕਰਨੀ ਉਹ ਪੋਸਟ ਟੂਰਨਾਮੈਂਟ ਰਿਸਪੌਂਸੀਬਿਲਿਟੀ ਦੇ ਵਿੱਚ ਆਉਂਦਾ। ਕੋਲੈਕਟ ਆਲ ਰਿਕਾਰਡਸ ਰਿਲੇਟਡ ਟੂ ਦਾ ਟੂਰਨਾਮੈਂਟ, ਸਾਰੇ ਰਿਕਾਰਡ ਕਲੈਕਟ ਕਰਨੇ। ਮੇਕ ਪੇਮੈਂਟ ਟੂ ਐਵਰੀ ਆਫੀਸ਼ੀਅਲ ਐਂਡ ਪੇ ਅਦਰ ਚਾਰਜਸ, ਸਾਰੇ ਜਿਹੜੇ ਆਫੀਸ਼ੀਅਲ ਆਏ ਨੇ ਆਪਾਂ ਉਹਨਾਂ ਦੀ ਪੇਮੈਂਟ ਕਰਨੀ ਔਰ ਸਾਰੇ ਅਦਰ ਚਾਰਜਸ ਪੇ ਕਰਨੇ। ਮੇਕ ਅ ਰਿਪੋਰਟ ਔਨ ਐਕਸਪੈਂਸਿਵਸ, ਜਿਹੜੇ ਵੀ ਆਪਣੇ ਖਰਚੇ ਹੋਏ ਨੇ ਆਪਾਂ ਉਹਨਾਂ 'ਤੇ ਰਿਪੋਰਟ ਬਣਾਉਣੀ। ਸੋ ਸਟੂਡੈਂਟਸ ਅੱਜ ਦੀ ਕਲਾਸ ਦੇ ਵਿੱਚ ਆਪਾਂ ਇੰਨਾ ਗੱਲ ਕਰਾਂਗੇ। ਇੱਕ ਚੈਪਟਰ ਆਪਾਂ 2 ਵੀਡੀਓ ਦੇ ਵਿੱਚ ਕਵਰ ਕਰਾਂਗੇ, ਬਾਕੀ ਆਪਾਂ ਜਿਹੜਾ ਚੈਪਟਰ ਰਹਿ ਗਿਆ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਸਟੂਡੈਂਟਸ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ 70 ਦੇ ਵਿੱਚੋਂ 70 ਨੰਬਰ ਲਓ ਫਿਜ਼ੀਕਲ ਐਜੂਕੇਸ਼ਨ ਦੇ ਵਿੱਚੋਂ, ਤਾਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਆ ਇਸ ਚੈਨਲ ਤੋਂ ਫਾਇਦਾ ਲੈ ਸਕਣ। ਥੈਂਕ ਯੂ, ਬਾਏ ਬਾਏ, ਟੇਕ ਕੇਅਰ।